केंद्र सरकार वालों फरमान जारी किया कि इहदियां वोटां नहीं होणगियां, इहनूं भंग किया जाऊगा, इत्थे अपने बंदे फिट किए जाणगे। सेंटर की सरकार का अगला स्टैप आ, वो साडी यूनीवर्सिटी नूं काबज करना है, उहनूं खोहना है साडे तों। केंद्र की सरकार है वो इस यूनीवर्सिटी नूं खोहना चाहुंदी है साडे तों, ये उसी दी लड़ाई है। इत्थे RSS की विचारधारा लैके आउणगे, सब तो पहलां ये उहदा नाम बदलणगे, उस तो बाद इहदा सिलेबस बदलणगे। हाई कोर्ट ने डेट भी देती सी कि तुसीं इलैक्शन करवाओ, तां भी इन्हां ने किसी ना किसी तरीके नाल वो डेट है जिहड़ी वो कैंसल करती सी। साडे नाल नौकरियां 'च भी पार्शैलिटी की जाती है। हाई कोर्ट वो साडा अपना नहीं। हुण कल्ली चंडीगढ़ दे विच पंजाब नूं रिप्रजेंट करदी एक यही यूनीवर्सिटी है कि पंजाब यूनीवर्सिटी है। पहला तां इह संघर्ष लोकां दा ते दूजा इह संघर्ष साडे सूबे दा, क्योंकि मेरे बापू जी पटवारी है, वो दसदे हुंदे आ कि इह चंडीगढ़ दा जिन्ना भी ढांचा ਬਣਿਆ ਸਾਡੇ ਪੰਜਾਬ ਦੇ ਪਿੰਡਾਂ ਨੂੰ ਇੱਥੋਂ ਖੇੜ ਕੇ ਢਾਹ ਕੇ ਬਣਾਇਆ ਗਿਆ। ਇਹ ਇੱਕ ਬਹੁਤ ਵਧੀਆ ਸਿਸਟਮ ਦੇ ਹਿਸਾਬ ਨਾਲ ਚੱਲ ਰਿਹਾ, ਸੋ ਅਸੀਂ ਇਹਨੂੰ ਟੁੱਟਣ ਨਹੀਂ ਦੇਵਾਂਗੇ। ਪਰ ਮੈਨੂੰ ਨਹੀਂ ਲੱਗਦਾ ਕਿ ਅੱਜ ਸਰਕਾਰਾਂ ਦਾ ਧਿਆਨ ਹੈ, ਕੋਈ ਆ ਕੇ ਹਰ ਇੱਕ ਸਰਕਾਰੀ ਬੰਦਾ ਜਾਂ ਲੀਡਰ ਇੱਥੇ ਤਾਂ ਕਹਿ ਦਿੰਦਾ ਕਿ ਸਰਕਾਰ ਤੋਂ ਉੱਤੇ ਉੱਠ ਕੇ ਆਉਣਾ ਚਾਹੀਦਾ, ਪਰ ਫਿਰ ਸਰਕਾਰ ਬਣਾਈ ਕਿਹੜੇ ਕੰਮ ਵਾਸਤੇ ਹੈ? ਇਹ ਲੜਾਈਆਂ ਸਰਕਾਰ ਦੀਆਂ ਨੇ, ਸਰਕਾਰ ਨਹੀਂ ਲੜਦੀ। सूबे की सरकार कर रही होवे तो सेंटर की सरकार की कोई पावर नहीं कि इत्थे आके वो सैनट नूं भंग कर देवे। पिछले 10 दिनों तो पंजाब यूनीवर्सिटी सैनेट चोणां नूं लैके अते यूनीवर्सिटी के डेमोक्रेटिक सैटअप के रिगार्डिंग संघर्ष चल रहा है। नौजवान VC ऑफिस के बाहर धरने ते बैठे ने। उसी संघर्ष का हिस्सा बनन अज पंजाबी गायक जस बाजवा आए ने, उन्हां नाल गलबात करते हैं। जस बाजवा, तुसीं अज पंजाब यूनीवर्सिटी आए हो, मुंडे नौजवान जिहड़े है पिछले 10 दिनों तो इत्थे संघर्ष कर रहे हैं, तुसीं इह किवें देखदे हो सारा चीज़ां? ਇਹ ਜਿਵੇਂ ਅਸੀਂ ਦਿੱਲੀ ਸੰਘਰਸ਼ ਕਰ ਰਹੇ ਹਾਂ ਲਗਾਤਾਰ, ਉਵੇਂ ਹੀ ਇਹ ਸਾਡੇ ਭਰਾ ਇੱਥੇ ਸੰਘਰਸ਼ ਕਰ ਰਹੇ ਆ। ਉੱਥੇ ਵੀ ਜਿਹੜੀ ਲੋਕਤੰਤਰ ਦਾ ਘਾਣ ਤੇ ਹੱਤਿਆ ਕੀਤੀ ਜਾ ਰਹੀ ਹੈ, ਇੱਥੇ ਵੀ ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਹੈ। ਆਪਣੀਆਂ ਹੱਕਾਂ ਨੂੰ ਲੈ ਕੇ ਇੱਥੇ ਵੀ ਲਗਾਤਾਰ ਭਰਾ ਸੈਨੇਟ ਜਿਹੜੀ ਇਹ ਕੇਂਦਰ ਸਰਕਾਰ ਵੱਲੋਂ ਫਰਮਾਨ ਜਾਰੀ ਕੀਤਾ ਕਿ ਇਹਦੀਆਂ ਵੋਟਾਂ ਨਹੀਂ ਹੋਣਗੀਆਂ, ਇਹਨੂੰ ਭੰਗ ਕੀਤਾ ਜਾਊਗਾ, ਇੱਥੇ ਆਪਣੇ ਬੰਦੇ ਫਿੱਟ ਕੀਤੇ ਜਾਣਗੇ। ਤਾਂ ਮੈਨੂੰ ਲੱਗਦਾ ਕਿ ਯੂਨੀਵਰਸਿਟੀ ਦਾ ਇੱਕ ਬਹੁਤ ਵੱਡਾ ਆਪਣੇ ਆਪ 'ਚ ਇਤਿਹਾਸ ਹੈ। ਪਹਿਲਾ ਤਾਂ ਇਹ ਸੰਘਰਸ਼ ਲੋਕਾਂ ਦਾ ਤੇ ਦੂਜਾ ਇਹ ਸੰਘਰਸ਼ ਸਾਡੇ ਸੂਬੇ ਦਾ, ਕਿਉਂਕਿ ਮੇਰੇ ਬਾਪੂ ਜੀ ਪਟਵਾਰੀ ਹੈ, ਉਹ ਦੱਸਦੇ ਹੁੰਦੇ ਆ ਕਿ ਇਹ ਚੰਡੀਗੜ੍ਹ ਦਾ ਜਿੰਨਾ ਵੀ ਢਾਂਚਾ ਬਣਿਆ ਸਾਡੇ ਪੰਜਾਬ ਦੇ ਪਿੰਡਾਂ ਨੂੰ ਇੱਥੋਂ ਖੇੜ ਕੇ ਢਾਹ ਕੇ ਬਣਾਇਆ ਗਿਆ। ਤਾਂ ਜੇ ਉਸ ਤਰੀਕੇ ਨਾਲ ਵੀ ਦੇਖੀਏ, 40-60 ਦੀ ਰੇਸ਼ੋ ਨਾਲ ਵੀ ਦੇਖੀਏ, ਤਾਂ ਜਿਹੜਾ ਜ਼ਿਆਦਾ ਹਿੱਸਾ ਵੈਸੇ ਤਾਂ ਇਹ ਸਾਰਾ ਹੀ ਸਾਡਾ ਹੈ, ਪਰ ਜਿਹੜਾ ਹੁਣ ਅੱਜ ਦੀ ਰੇਟ 'ਚ ਚੱਲ ਰਿਹਾ ਤਾਂ ਸਾਡਾ ਹਿੱਸਾ ਇੱਥੇ ਵੱਧ ਹੈ। ਸਾਡੇ ਨਾਲ ਨੌਕਰੀਆਂ 'ਚ ਵੀ ਪਾਰਸ਼ੈਲਿਟੀ ਕੀਤੀ ਜਾਂਦੀ ਹੈ। ਹਾਈ ਕੋਰਟ ਉਹ ਸਾਡਾ ਆਪਣਾ ਨਹੀਂ। ਹੁਣ ਕੱਲੀ ਚੰਡੀਗੜ੍ਹ ਦੇ ਵਿੱਚ ਪੰਜਾਬ ਨੂੰ ਰਿਪਰੈਜ਼ੈਂਟ ਕਰਦੀ ਇੱਕ ਇਹੀ ਯੂਨੀਵਰਸਿਟੀ ਹੈ ਕਿ ਪੰਜਾਬ ਯੂਨੀਵਰਸਿਟੀ। ਅਸੀਂ ਦੁਨੀਆ 'ਚ ਵੀ ਕਿਤੇ ਬੈਠੇ ਹੋਈਏ ਨਾ, ਉੱਥੇ ਵੀ ਬੰਦਾ ਕਿਤੇ ਜ਼ਿਕਰ ਕਰ ਦਈਏ ਕਿ ਯਾਰ ਅਸੀਂ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਹਾਂ, ਬੰਦਾ ਹੁੱਬ ਕੇ ਮਿਲਦਾ, ਕਿਉਂਕਿ ਬਹੁਤ ਲੋਕ ਇੱਦਾਂ ਦੇ ਆ ਜਿਹੜੇ ਇੱਥੋਂ ਪਾਸ ਆਊਟ ਹੈ। ਬੜੇ ਬੜੇ ਲੀਡਰ ਨੇ, ਵਿਦਵਾਨ ਨੇ, ਇੰਜੀਨੀਅਰ ਨੇ, ਬਹੁਤ ਕੁਛ ਨੇ, ਸਮਾਜ ਸੇਵੀ ਨੇ। ਆਪਣਾ ਅੱਜ ਦੀ ਡੇਟ 'ਚ ਤਾਂ ਅੰਦੋਲਨ ਜੀਵੀ ਵੀ ਨੇ, ਜਿਹਨੂੰ ਪ੍ਰਧਾਨ ਮੰਤਰੀ ਸਾਹਿਬ ਨੇ ਜਿਨ੍ਹਾਂ ਨੂੰ ਨਵਾਂ ਨਾਮ ਦਿੱਤਾ। ਤਾਂ ਅੰਦੋਲਨ ਜੀਵੀ ਦਾ ਜਿਹੜਾ ਮਤਲਬ ਹੈ ਉਹ ਇਹੀ ਹੈ ਕਿ ਜਦੋਂ ਲੋਕਤੰਤਰਕ ਢਾਂਚੇ ਦੇ ਵਿੱਚ ਲੋਕਤੰਤਰ ਦਾ ਗਲਾ ਘੁੱਟਿਆ ਜਾਊਗਾ ਤਾਂ ਅੰਦੋਲਨ ਜੀਵੀ ਲੋਕ ਨੇ ਜਿਹੜੇ ਆਪਦੀਆਂ ਹੱਕਾਂ ਦੇ ਲਈ ਹਰ ਇੱਕ ਥਾਂ ਤੇ ਸੰਘਰਸ਼ ਕਰਦੇ ਰਹਿਣਗੇ। ਬਿੱਲਾ ਵੀਰ ਸਾਡਾ ਬੈਠਾ, ਹੋਰ ਵੀ ਬੜੇ ਮੈਂ ਦੇਖਦਾ ਰਹਿਣਾ ਵੱਖ-ਵੱਖ ਦਿਨਾਂ ਤੋਂ। ਵੈਸੇ ਤਾਂ ਇਹ ਮੁੱਦਾ ਜਿਹੜਾ ਪਿਛਲੇ ਅਕਤੂਬਰ-ਨਵੰਬਰ ਤੋਂ ਉੱਠਿਆ ਹੋਇਆ, ਉਦੋਂ ਤੋਂ ਹੀ ਅਸੀਂ ਇਹ ਆਵਾਜ਼ ਚੱਕਣੀ ਕਿਸਾਨੀ ਧਰਨੇ ਦੇ ਵਿੱਚ ਹੀ ਸ਼ੁਰੂ ਕਰਤੀ ਸੀ ਕਿ ਜਿਹੜਾ ਸੈਂਟਰ ਦੀ ਸਰਕਾਰ ਦਾ ਅਗਲਾ ਸਟੈਪ ਆ, ਉਹ ਸਾਡੀ ਯੂਨੀਵਰਸਿਟੀ ਨੂੰ ਕਾਬਜ ਕਰਨਾ ਹੈ, ਉਹਨੂੰ ਖੋਹਣਾ ਹੈ ਸਾਡੇ ਤੋਂ। ਤਾਂ ਉਹ ਚੱਲਦਾ ਸੰਘਰਸ਼ ਅੱਜ ਤਕਰੀਬਨ 7-8 ਮਹੀਨੇ ਤੱਕ ਇਹ ਲੈ ਆਇਆ। ਇਹ ਵੀ ਮੈਂ ਸੁਣਿਆ ਕਿ ਹਾਈ ਕੋਰਟ ਨੇ ਡੇਟ ਵੀ ਦਿੱਤੀ ਸੀ ਕਿ ਤੁਸੀਂ ਇਲੈਕਸ਼ਨ ਕਰਵਾਓ, ਤਾਂ ਵੀ ਇਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਡੇਟ ਹੈ ਜਿਹੜੀ ਉਹ ਕੈਂਸਲ ਕਰਤੀ ਸੀ। ਬਟ ਜਦੋਂ ਤੱਕ ਲੋਕਾਂ ਦੀ ਤਾਕਤ ਨਾਲ ਹੁੰਦੀ ਹੈ, ਉਦੋਂ ਤੱਕ ਮੈਨੂੰ ਲੱਗਦਾ ਹੈ ਕਿ ਕੋਈ ਵੀ ਸਰਕਾਰ ਲੋਕਾਂ ਤੋਂ ਵੱਡੀ ਨਹੀਂ ਹੁੰਦੀ, ਕਿਉਂਕਿ ਲੋਕਤੰਤਰ ਦਾ ਇਹ ਮੁਲਕ, ਅਸੀਂ ਡੈਮੋਕ੍ਰੇਸੀ ਕੰਟਰੀ 'ਚ ਰਹਿੰਦੇ ਹਾਂ। ਸੋ ਜਦੋਂ ਜਿਵੇਂ ਵੀ ਸਾਡੇ ਭਰਾ ਇੱਥੇ ਜਦੋਂ ਵੀ ਸਾਨੂੰ ਬੁਲਾਉਣਗੇ, ਅਸੀਂ ਉਹਨਾਂ ਦੇ ਬਿਲਕੁਲ ਨਾਲ ਹਾਂ। ਤੇ ਮੈਂ ਇੱਥੇ ਦੇ ਜਿਹੜੇ ਸਟੂਡੈਂਟ ਪਾਸ ਆਊਟ ਨੇ ਜਾਂ ਜਿਹੜੇ ਅੱਜ ਵੱਡੇ ਅਹੁਦਿਆਂ ਤੇ ਨੇ, ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਹੈ ਕਿ ਯੂਨੀਵਰਸਿਟੀ ਇਹ ਸਾਡੀ ਸਾਰਿਆਂ ਦੀ ਹੈ। ਇਹਦੇ ਨਾਲ ਸਾਡੀਆਂ ਸਭ ਦੀਆਂ ਬਹੁਤ ਯਾਦਾਂ ਜੁੜੀਆਂ। ਖਾਸ ਕਰਕੇ ਮੇਰਾ ਜਿਹੜਾ ਸੰਗੀਤਕ ਸਫ਼ਰ ਹੈ ਉਹਦੇ ਵਿੱਚ ਬਹੁਤ ਇੱਕ ਵੱਡਾ ਇੱਕ ਰੋਲ ਹੈ ਇਸ ਯੂਨੀਵਰਸਿਟੀ ਦਾ। ਤਾਂ ਮੈਂ ਸਭ ਨੂੰ ਬੇਨਤੀ ਕਰਦਾ ਕਿ ਇੱਥੇ ਵੱਧ ਤੋਂ ਵੱਧ ਸ਼ਮੂਲੀਅਤ ਕਰੋ ਤੇ ਇਹ ਜਿਹੜੀਆਂ ਇਲੈਕਸ਼ਨਾਂ ਨੇ ਇਹਨਾਂ ਦੀ ਡੇਟ ਲੈਣ ਦੇ ਵਿੱਚ ਆਪਾਂ ਵੱਧ ਤੋਂ ਵੱਧ ਕੇਂਦਰ ਦੀ ਸਰਕਾਰ ਤੇ ਪ੍ਰੈਸ਼ਰ ਪਾ ਸਕੀਏ। ਇੱਕ ਤਾਂ ਤੁਸੀਂ ਜਿਹੜੇ ਐਲੂਮਨਾਈ ਆ ਉਹਨਾਂ ਨੂੰ ਅਪੀਲ ਕਰ ਰਹੇ ਹੋ, ਪੰਜਾਬ ਦੇ ਜਿਹੜੇ ਸਿਆਸਤਦਾਨ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਕਿਉਂਕਿ ਅੱਜ ਸਵੇਰੇ ਬਿਕਰਮ ਮਜੀਠੀਆ ਵੀ ਆਏ ਨੇ, ਉਹਨਾਂ ਨੇ ਵੀ ਕਿਹਾ ਵੀ ਅਬਵ ਪਾਰਟੀ ਲਾਈਨਸ ਹੋ ਕੇ ਆਪਾਂ ਨੂੰ ਇਹ ਲੜਾਈ ਲੜਨੀ ਚਾਹੀਦੀ ਹੈ। ਤੁਹਾਡੇ ਵੱਲੋਂ ਕੀ ਸੁਨੇਹਾ ਰਹੂਗਾ? ਇਹੀ ਗੱਲ ਕਹਿਣਾ ਹੈ ਕਿ ਚਾਹੇ ਕੋਈ ਸਟੂਡੈਂਟ ਹੈ, ਚਾਹੇ ਕੋਈ ਪਾਸ ਆਊਟ ਹੋ ਚੁੱਕਿਆ, ਚਾਹੇ ਨਹੀਂ ਵੀ ਹੈਗਾ,
ਉਹਨੂੰ ਵੀ ਆਉਣਾ ਚਾਹੀਦਾ, ਕਿਉਂਕਿ ਇਹ ਸਾਡੇ ਸੂਬੇ ਦੀ ਲੜਾਈ ਹੈ। ਇਹ ਇਕੱਲੀ ਇਸ ਯੂਨੀਵਰਸਿਟੀ ਜਿਹੜੇ ਸਟੂਡੈਂਟ ਪੜ੍ਹ ਰਹੇ ਆ, ਜਿਹੜੇ ਪਾਸ ਆਊਟ ਹੋ ਗਏ, ਉਹਨਾਂ ਦੀ ਲੜਾਈ ਨਹੀਂ ਹੈਗੀ। ਇਹ ਜੇ ਇੱਥੇ ਸਪੋਜ਼ ਕਰੋ ਸੈਂਟਰ ਸਰਕਾਰ ਆਊਗੀ, ਇੱਥੇ RSS ਦੀ ਵਿਚਾਰਧਾਰਾ ਲੈ ਕੇ ਆਉਣਗੇ, ਸਭ ਤੋਂ ਪਹਿਲਾਂ ਇਹ ਉਹਦਾ ਨਾਂ ਬਦਲਣਗੇ, ਉਸ ਤੋਂ ਬਾਅਦ 'ਚ ਇਹਦਾ ਸਿਲੇਬਸ ਬਦਲਣਗੇ। ਫਿਰ ਜਿਹੜੇ ਪ੍ਰਾਈਵੇਟਕਰਨ, ਹਰ ਇੱਕ ਚੀਜ਼ ਦਾ ਅੱਜ ਪ੍ਰਾਈਵੇਟਕਰਨ ਹੋ ਰਿਹਾ, ਕਿੰਨੇ ਕਾਲਜ ਨੇ ਜਿਹੜੇ ਪੰਜਾਬ ਦੇ ਵਿੱਚ ਹੀ ਨੇ, ਤਾਂ ਲੋਕਾਂ ਕੋਲੇ ਅੱਜ ਇੰਨੀ ਜ਼ਿਆਦਾ ਮਹਿੰਗਾਈ ਹੋ ਚੁੱਕੀ ਹੈ ਇਸ ਮੁਲਕ ਦੇ ਵਿੱਚ ਕਿ ਘਰ ਚਲਾਉਣ ਲਈ ਪੈਸੇ ਨਹੀਂ, ਇੰਨੀਆਂ ਫੀਸਾਂ ਦੇ ਕੇ ਸਟੂਡੈਂਟ ਨਹੀਂ ਪੜ੍ਹ ਸਕਦੇ। ਸੋ ਇਹ ਢਾਂਚਾ ਜਿਹੜਾ ਇਹਦੇ ਵਿੱਚ ਫਿੱਟ ਆ ਕੇ ਸਾਡੇ ਇੱਥੇ ਮੱਧ ਵਰਗ ਪਰਿਵਾਰਾਂ ਦੇ ਜਿਹੜੇ ਨਿਆਣੇ ਵੀ ਆ ਉਹ ਵੀ ਪੜ੍ਹਦੇ ਆ, ਹਾਈਐਸਟ ਵੀ ਪੜ੍ਹਦੇ ਆ। ਸਾਨੂੰ ਇੱਥੇ ਇਹ ਨਹੀਂ ਹੁੰਦਾ ਕਿ ਦੂਜਿਆਂ ਕਾਲਜਾਂ 'ਚ ਸਾਨੂੰ ਸੀਟਾਂ ਲੈਣ ਪਿੱਛੇ ਪੈਸੇ ਦੇਣੇ ਪੈਂਦੇ ਨੇ। ਇਹ ਜਿਹੜਾ ਢਾਂਚਾ ਬਣਿਆ ਹੋਇਆ ਇਹ ਇੱਕ ਬਹੁਤ ਵਧੀਆ ਸਿਸਟਮ ਦੇ ਹਿਸਾਬ ਨਾਲ ਚੱਲ ਰਿਹਾ। ਸੋ ਅਸੀਂ ਇਹਨੂੰ ਟੁੱਟਣ ਨਹੀਂ ਦੇਵਾਂਗੇ। ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਕਿ ਵੱਧ ਤੋਂ ਵੱਧ ਜਿਹੜੀ ਸ਼ਮੂਲੀਅਤ ਹੈ, ਚਾਹੇ ਉਹ ਪੰਜਾਬ ਦੇ ਪਿੰਡਾਂ ਦੇ ਲੋਕ ਨੇ, ਇਹ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਪੜ੍ਹਿਆ ਨਹੀਂ ਪੜ੍ਹਿਆ, ਕਿਸੇ ਨੂੰ ਪਤਾ ਹੈ ਇਹ ਮੁੱਦਾ ਕੀ ਹੈ ਕੀ ਨਹੀਂ। ਬਸ ਤੁਸੀਂ ਇਹ ਸਮਝੋ ਵੀ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਇਸ ਯੂਨੀਵਰਸਿਟੀ ਨੂੰ ਖੋਹਣਾ ਚਾਹੁੰਦੀ ਹੈ ਸਾਡੇ ਤੋਂ, ਇਹ ਉਸੇ ਦੀ ਲੜਾਈ ਹੈ। ਸੋ ਹਰ ਇੱਕ ਬੰਦੇ ਨੂੰ ਇੱਥੇ ਆਪਦਾ ਫਰਜ਼ ਸਮਝਦੇ ਹੋਏ ਜ਼ਰੂਰ ਆਉਣਾ ਚਾਹੀਦਾ। ਜਸ ਤੁਹਾਨੂੰ ਇਹ ਵੀ ਲੱਗਦਾ ਵੀ ਜਿਹੜੀਆਂ ਪੰਜਾਬ ਦੀਆਂ ਸਰਕਾਰਾਂ ਰਹੀਆਂ ਜਾਂ ਮੌਜੂਦਾ ਜਾਂ ਪਹਿਲਾਂ, ਕਿਤੇ ਨਾ ਕਿਤੇ ਉਹਨਾਂ ਢਿੱਲ ਵਰਤੀ ਹੈ, ਪੰਜਾਬ ਯੂਨੀਵਰਸਿਟੀ ਦੀ ਪੈਰਵਾਈ ਨਹੀਂ ਪ੍ਰੋਪਰ ਕੀਤੀ? ਕਾਫੀ ਸਾਲਾਂ ਤੋਂ ਹੀ ਸੁਣਦੇ ਆ ਰਹੇ ਹਾਂ। ਹੁਣ ਤਾਂ ਸੈਨੇਟ ਇਲੈਕਸ਼ਨ ਆ ਗਈ ਹੈ, ਉਸ ਤੋਂ ਪਹਿਲਾਂ ਵੀ ਗ੍ਰਾਂਟਾਂ ਨੂੰ ਲੈ ਕੇ, ਹੋਰ ਚੀਜ਼ਾਂ ਨੂੰ ਲੈ ਕੇ ਬੜਾ ਕ੍ਰਾਈਸਿਸ ਰਿਹਾ ਯੂਨੀਵਰਸਿਟੀ। ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਸਰਕਾਰਾਂ ਵੀ ਪੰਜਾਬ ਦੀਆਂ ਫੇਲ ਹੋਈਆਂ ਨੇ? ਦੇਖੋ ਬਾਈ ਜੀ, ਓਬਵੀਅਸਲੀ ਗੱਲ ਹੈ, ਕੋਈ ਵੀ ਮੁੱਦਾ ਹੁੰਦਾ ਨਾ ਹੌਲੀ ਸ਼ੁਰੂ ਹੁੰਦਾ। ਜਦੋਂ ਇਹ ਬਿੱਲ ਆਉਣ ਲੱਗੇ ਆ 2017-18 ਤੋਂ ਕਿਸਾਨੀ ਬਿੱਲ, ਇਹਨਾਂ ਤੇ ਚਰਚਾ ਹੋਣੀ ਸ਼ੁਰੂ ਹੋ ਗਈ ਸੀ। ਉਵੇਂ ਹੀ ਇਸ ਯੂਨੀਵਰਸਿਟੀ ਦਾ ਮੁੱਦਾ ਵੀ ਹੈ। ਤਾਂ ਸਰਕਾਰਾਂ ਤਾਂ ਵਿੱਚ ਹੁੰਦੀਆਂ ਨੇ ਸਿਸਟਮ ਦੇ, ਉਹਨਾਂ ਨੂੰ ਸਭ ਕੁਝ ਪਤਾ ਹੀ ਹੁੰਦਾ ਹੈ। ਅੱਜ ਪੰਜਾਬ ਦੇ ਜਿਹੜੇ ਮੁੱਦੇ ਹੈ ਉਹ ਇਹ ਹੋਣੇ ਚਾਹੀਦੇ ਆ ਕਿ ਯੂਨੀਵਰਸਿਟੀ ਦਾ ਜਿਹੜਾ ਕੇਂਦਰ ਦੀ ਸਰਕਾਰ ਸੈਨੇਟ ਭੰਗ ਕਰਨਾ ਚਾਹੁੰਦੀ ਹੈ, ਇਹ ਸਾਡਾ ਮੁੱਦਾ ਚਾਹੀਦਾ, ਸਰਕਾਰਾਂ ਦਾ ਮੁੱਦਾ ਚਾਹੀਦਾ। ਸਾਡੀ ਨੇਚਰ ਕਿੱਥੇ ਚਲੀ ਗਈ, ਸਾਡਾ ਪਾਣੀ ਕਿੱਥੇ ਚਲਾ ਗਿਆ, ਇਹ ਮੁੱਦੇ ਚਾਹੀਦੇ ਆ। ਸਰਕਾਰਾਂ ਵਿੱਚ ਰਹਿੰਦੀਆਂ ਨੇ, ਉਹਨਾਂ ਨੂੰ ਇਸ ਸਿਸਟਮ ਦਾ ਜ਼ਿਆਦਾ ਪਤਾ। ਪਰ ਮੈਨੂੰ ਨਹੀਂ ਲੱਗਦਾ ਕਿ ਅੱਜ ਸਰਕਾਰਾਂ ਦਾ ਧਿਆਨ ਹੈ। ਕੋਈ ਆ ਕੇ ਹਰ ਇੱਕ ਸਰਕਾਰੀ ਬੰਦਾ ਜਾਂ ਲੀਡਰ ਇੱਥੇ ਤਾਂ ਕਹਿ ਦਿੰਦਾ ਕਿ ਸਰਕਾਰ ਤੋਂ ਉੱਤੇ ਉੱਠ ਕੇ ਆਉਣਾ ਚਾਹੀਦਾ, ਪਰ ਫਿਰ ਸਰਕਾਰ ਬਣਾਈ ਕਿਹੜੇ ਕੰਮ ਵਾਸਤੇ ਹੈ? ਇਹ ਲੜਾਈਆਂ ਸਰਕਾਰ ਦੀਆਂ ਨੇ। ਸਰਕਾਰ ਨਹੀਂ ਲੜਦੀ ਤਾਂ ਅੱਜ ਸਾਡੇ ਵਰਗਿਆਂ ਨੂੰ ਜਾਂ ਹੋਰ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਇੱਥੇ ਧਰਨੇ ਦੇਣੇ ਪੈਂਦੇ ਆ। ਜੇ ਸਰਕਾਰ ਕਰੜੀ ਹੋਵੇ, ਸੂਬੇ ਦੀ ਸਰਕਾਰ ਕਰੜੀ ਹੋਵੇ, ਤਾਂ ਸੈਂਟਰ ਦੀ ਸਰਕਾਰ ਦੀ ਕੋਈ ਪਾਵਰ ਨਹੀਂ ਕਿ ਇੱਥੇ ਆ ਕੇ ਉਹ ਸੈਨੇਟ ਨੂੰ ਭੰਗ ਕਰ ਦੇਵੇ ਜਾਂ ਇਹਦੀਆਂ ਡੇਟ ਦੇਣ 'ਚ ਕੋਈ ਪ੍ਰੋਬਲਮ ਕ੍ਰੀਏਟ ਕਰੇ। ਸੋ ਸਰਕਾਰ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਹਦੇ ਤੇ ਐਕਸ਼ਨ ਲੈਣਾ ਚਾਹੀਦਾ ਤੇ ਸਾਡੇ ਨਾਲ ਡਟ ਕੇ ਖੜਨਾ ਚਾਹੀਦਾ। ਮੋਰਚੇ ਵਾਂਗ ਕਿਤੇ ਨਾ ਕਿਤੇ ਇਹ ਵੀ ਗੱਲ ਕਿਹਾ ਜਾ ਰਿਹਾ, ਜੋ ਚਰਚਾਵਾਂ ਅਸੀਂ ਸਟੂਡੈਂਟਸ ਨਾਲ ਕੀਤੀਆਂ, ਨੌਜਵਾਨ ਜਿਹੜੇ ਬੈਠੇ ਆ ਉਮੀਦਵਾਰ ਸੈਨੇਟ, ਉਹ ਫਸ ਗਈ ਲੱਗਦੀ ਹੈ। ਇੱਕ ਤਰ੍ਹਾਂ ਦਾ ਸਟੇਲਮੇਟ 'ਚ ਆ ਗਿਆ। ਤਰੀਕਾਂ 3 ਵਾਰੀ ਦਿੱਤੀਆਂ ਗਈਆਂ, 3 ਵਾਰ ਡਿਲੇ ਹੋਈਆਂ। ਜੇ ਐਂ ਚੱਲਦਾ ਰਿਹਾ 10 ਦਿਨ ਤੋਂ ਸੰਘਰਸ਼ ਚੱਲ, ਤੁਹਾਨੂੰ ਕੀ ਲੱਗਦਾ ਅੱਗੇ ਵਾਲਾ ਸਟੈਪ ਕੀ ਹੋਣਾ ਚਾਹੀਦਾ ਤਾਂ ਕਿ ਜਿਹੜੀਆਂ ਚੋਣਾਂ ਹੋਣ ਜਾਂ ਡੈਮੋਕ੍ਰੈਟਿਕ ਸੈਟਅਪ ਹੈ, ਢਾਂਚਾ ਹੈ ਯੂਨੀਵਰਸਿਟੀ ਦਾ, ਬਰਕਰਾਰ ਰਹੇ? ਤਾਂ ਮੈਨੂੰ ਤਾਂ ਇਹੀ ਲੱਗਦਾ ਕਿ ਅਗਲਾ ਤਾਂ ਸਾਡਾ ਸਟੈਪ ਇਹੀ ਹੋਣਾ ਚਾਹੀਦਾ ਕਿ ਵੱਧ ਤੋਂ ਵੱਧ ਜਿਹੜਾ ਇਕੱਠ ਹੈ, ਮੈਨੂੰ ਨਹੀਂ ਲੱਗਦਾ ਕਿ ਇਹ ਡੇਟ ਨਹੀਂ ਦੇਣਗੇ। ਮੈਨੂੰ ਲੱਗਦਾ ਕਿ ਡੇਟ ਦੇ ਦੇਣਗੇ, ਪਰ ਇਹੀ ਆ ਵੀ ਥੋੜਾ ਜਿਹਾ ਡਰਾਵੇ ਦੇਣਗੇ, ਥੋੜਾ ਜਿਹਾ ਉਲਝਾਉਣਗੇ, ਥੋੜਾ ਜਿਹਾ ਹੋਰ ਨਖਰੇ ਕਰਨਗੇ, ਪਰ ਦੇ ਦੇਣਗੇ। ਜੇ ਨਹੀਂ ਦੇਣਗੇ ਤਾਂ ਫਿਰ ਸਾਨੂੰ ਜਿਹੜਾ ਪੂਰਾ ਪੰਜਾਬ ਆ ਇੱਕ ਮੰਚ ਤੇ ਲਿਆ ਕੇ ਇੱਥੇ, ਇੱਕ ਜਿਵੇਂ ਸਾਡਾ ਦਿੱਲੀ ਧਰਨਾ ਚੱਲਦਾ ਹੁਣ, ਅੱਜ ਪੰਜਾਬ ਦੀ ਖੂਬਸੂਰਤੀ ਇਹ ਆ ਕਿ ਕਿਤੇ ਗੰਨੇ ਦੇ ਬਿੱਲਾਂ ਦਾ ਧਰਨਾ ਹੈ, ਉੱਥੇ ਵੀ ਸਾਰਾ ਪੰਜਾਬ ਇਕੱਠਾ ਹੈ। ਅੱਜ ਯੂਨੀਵਰਸਿਟੀ ਦਾ ਮੁੱਦਾ, ਇੱਥੇ ਵੀ ਸਾਰਾ ਪੰਜਾਬ। ਇਹ ਅੰਦੋਲਨ ਤੋਂ ਬਾਅਦ ਲੋਕਾਂ 'ਚ ਜਾਗਰੂਕਤੀ ਬਹੁਤ ਜ਼ਿਆਦਾ ਆਈ ਹੈ ਕਿ ਸਾਨੂੰ ਕੱਲੇ ਹੋ ਕੇ ਲੜਨ 'ਚ ਪ੍ਰੋਬਲਮ ਆਊਗੀ। ਇਸ ਸਰਕਾਰ ਦੇ ਖਿਲਾਫ ਜੇ ਲੜਨਾ ਹੈ, ਅਸੀਂ ਇਕੱਠਿਆਂ ਨੇ ਲੜਨਾ। ਸਭ ਦੀ ਲੜਾਈ ਹੈ, ITT ਵਾਲੇ ਲੱਗ ਬੈਠੇ ਆ, ਅਧਿਆਪਕ ਲੱਗ ਬੈਠੇ ਆ। ਸੋ ਮੈਨੂੰ ਲੱਗਦਾ ਹੌਲੀ ਕਰਕੇ ਲੋਕ ਨੇ ਜਿਹੜੇ ਉਹ ਇਕੱਠੇ ਹੋ ਕੇ ਇੱਕ ਮੰਚ ਤੇ ਆ ਜਾਣਗੇ। ਜੇ ਇਹਨਾਂ ਨੇ ਡੇਟ ਨਾ ਦਿੱਤੀ ਤੇ ਅਗਲਾ ਉਹ ਅੱਗੇ ਇਹਨਾਂ ਦੀਆਂ ਰਣਨੀਤੀਆਂ ਨੇ, ਪਰ ਮੈਂ ਇਹੀ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਵੱਡੀ ਗਿਣਤੀ 'ਚ ਇੱਥੇ ਇਕੱਠ ਕਰਕੇ ਲਗਾਤਾਰ ਇੱਥੇ ਅਗਲੇ ਐਕਸ਼ਨ ਨੇ ਜਿਹੜੇ ਸਾਨੂੰ ਕਰਨੇ ਚਾਹੀਦੇ ਨੇ ਇਕੱਠ 'ਚ, ਕਿਉਂਕਿ ਲੋਕਾਂ 'ਚ ਸਭ ਤੋਂ ਵੱਡੀ ਤਾਕਤ ਹੁੰਦੀ ਹੈ। ਸਾਨੂੰ ਵੱਡੀ ਗਿਣਤੀ 'ਚ ਇਕੱਠ ਕਰਨੇ ਚਾਹੀਦੇ ਆ ਜੀ। ਯੂਨੀਵਰਸਿਟੀ ਹਟ ਕੇ ਵੈਸੇ ਪੰਜਾਬ ਦੀ ਸਿਆਸਤ ਬਾਰੇ ਪੁੱਛ ਲੈਣਾ, ਜੋ ਇਸ ਤਰ੍ਹਾਂ ਟਾਈਮ ਤੇ ਸਿਆਸਤ ਚੱਲ ਰਹੀ ਹੈ ਪੰਜਾਬ 'ਚ, ਉਹਨੂੰ ਕਿਵੇਂ ਦੇਖਦੇ ਹੋ? ਤੁਹਾਨੂੰ ਲੱਗਦਾ ਉੱਥੇ ਵੀ ਲੋਕ ਇਕੱਠੇ ਹੋਣਗੇ, ਚੇਂਜ ਭਾਲਣਗੇ? ਭਾਲਣਾ ਤਾਂ ਚਾਹੀਦੀ ਹੈ, ਚੰਗੀ ਗੱਲ ਹੈ। ਜੇ ਕੁਝ ਬਦਲਾਅ ਆਊਗਾ ਤਾਂ ਹੀ ਕੁਝ ਸਮਾਜ ਦਾ ਭਲਾ ਹੋ ਸਕੂਗਾ, ਪੰਜਾਬ ਦਾ ਭਲਾ ਹੋ ਸਕੂਗਾ। ਪਰ ਸਾਡਾ ਜਿਹੜਾ ਫਿਲਹਾਲ ਮੇਨ ਜਿਹੜਾ ਮੋਟਿਵ ਹੈ ਉਹ ਕਿਸਾਨੀ ਸੰਘਰਸ਼ ਹੀ ਆ। ਪਹਿਲਾਂ ਇਹਨਾਂ 3 ਕਾਨੂੰਨਾਂ ਨੂੰ ਰੱਦ ਕਰਾਉਣਾ, ਉਦੋਂ ਬਾਅਦ 'ਚ ਪੰਜਾਬ ਦੀ ਸਿਆਸਤ ਕੀ ਕਹਿੰਦੀ ਹੈ ਕੀ ਨਹੀਂ ਕਹਿੰਦੀ ਉਹ ਬਾਅਦ 'ਚੋਂ ਸੋਚਾਂਗੇ। ਪਰ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਸਿਆਸਤ 'ਚ ਹਲੇ ਟਾਈਮ ਬਹੁਤ ਹੈ। ਪਹਿਲਾਂ ਆਪਾਂ ਧਰਨੇ ਵੱਲ ਨੂੰ ਹੋਈ ਅੱਜ ਸਿਆਸਤ ਨੂੰ ਜ਼ਿਆਦੇ ਨਾ ਉਛਾਲੀਏ ਪਿੰਡਾਂ ਦੇ ਵਿੱਚ ਕਿ ਵੋਟਾਂ ਆ ਗਈਆਂ ਉਹਨਾਂ 'ਚ ਟਾਈਮ ਪਿਆ। ਪਹਿਲਾਂ ਧਰਨੇ ਦਾ ਹੱਲ ਕਰਵਾਈਏ, ਵੋਟਾਂ ਉਦੋਂ ਬਾਅਦ 'ਚ ਜਿਹੜੇ ਲੋਕ ਚੰਗੇ ਆ, ਮੈਂ ਨਹੀਂ ਕਹਿੰਦਾ ਉਹ ਕਿਸੇ ਵੀ ਪਾਰਟੀ ਦੇ ਹੋਣ, ਹਰ ਇੱਕ ਪਾਰਟੀ 'ਚ ਚੰਗੇ ਬੰਦੇ ਵੀ ਆ। ਖਾਸ ਕਰਕੇ ਨੌਜਵਾਨਾਂ ਨੂੰ ਮੌਕਾ ਦੇਣਾ ਚਾਹੀਦਾ ਅੱਗੇ ਆ ਕੇ। ਕਿਸੇ ਵੀ ਪਾਰਟੀ 'ਚ ਨੌਜਵਾਨ ਵਧੀਆ ਪੱਧਰ ਤੇ ਵਰਕ ਕਰ ਰਿਹਾ, ਉਹ ਤੁਹਾਡੇ ਹਲਕੇ ਦਾ ਇੱਕ ਚਿਹਰਾ ਬਣ ਸਕਦਾ, ਕਿਰਦਾਰ ਬਣ ਸਕਦਾ, ਉਹਨੂੰ ਜ਼ਰੂਰ ਜਿਤਾਓ।
ਬਹੁਤ ਮਿਹਰਬਾਨੀ ਜਸਬਾਜ ਬਾਈ ਪ੍ਰੋ ਪੰਜਾਬ ਟੀਮ ਨਾਲ ਜੁੜਨ ਵਾਸਤੇ। ਤਾਂ ਇਹ ਸੀਗੇ ਪੰਜਾਬੀ ਗਾਇਕ ਸਿੰਗਰ ਨਾਮੀ ਜਸਬਾਜ ਬਾਈ, ਜਿਨ੍ਹਾਂ ਨੇ ਕਿਹਾ ਵੀ ਪੰਜਾਬ ਯੂਨੀਵਰਸਿਟੀ ਨੂੰ ਵੀ ਜੇ ਬਚਾਉਣਾ ਸਾਰੇ ਪੰਜਾਬ ਨੂੰ ਇਹ ਲੜਾਈ ਲੜਨੀ ਪੈਣੀ ਹੈ। ਸਾਰੇ ਜਿਹੜੇ ਪੰਜਾਬ ਯੂਨੀਵਰਸਿਟੀ ਐਲੂਮਨਾਈ ਆ ਉਹਨਾਂ ਨੂੰ ਇਕੱਠੇ ਇੱਕ ਸਟੇਜ ਤੇ ਆ ਕੇ ਲੜਾਈ ਲੜਨੀ ਪੈਣੀ ਹੈ, ਤਾਂ ਕਿ ਕੇਂਦਰ ਦੀ ਸਰਕਾਰ ਉੱਤੇ ਯੂਨੀਵਰਸਿਟੀ ਦੇ ਅਥਾਰਟੀ ਉੱਤੇ ਪ੍ਰੈਸ਼ਰ ਬਣਾਇਆ ਜਾਵੇ ਤੇ ਇਹ ਜਿਹੜਾ ਡੈਮੋਕ੍ਰੈਟਿਕ ਸੈਟਅਪ ਹੈ ਉਹ ਬਰਕਰਾਰ ਰੱਖਿਆ ਜਾਵੇ। ਪੰਜਾਬ ਯੂਨੀਵਰਸਿਟੀ ਤੋਂ ਕੈਮਰਾਮੈਨ ਮਨਪ੍ਰੀਤ ਸਿੰਘ ਨਾਲ ਮੈਂ ਸ਼ੁਭਕਰਮਨ ਧਾਲੀਵਾਲ, ਪ੍ਰੋ ਪੰਜਾਬ ਟੀਵੀ।